ਖਾਲਸਾ ਕਾਲਜ ਗਵਰਨਰ ਕੌਂਸਲ ਦੇ ਸੀਨੀਅਰ ਮੈਂਬਰ ਤੇ ਸਾਬਕਾ ਸਰਪੰਚ ਸਰਦਾਰ ਸੁਖਦੇਵ ਸਿੰਘ ਅਬਦਾਲ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਕਬੀਰ ਪਾਰਕ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਸੁਖਦੇਵ ਸਿੰਘ ਅਬਦਾਲ ਜੀ ਦਾ ਜਨਮ ਸਨ 1957 ਵਿੱਚ ਮਾਤਾ ਨਰਿੰਜਨ ਕੌਰ ਹੋਣਾ ਦੀ ਕੁੱਖੋਂ ਪਿਤਾ ਸਰਦਾਰ ਚਰਨ ਸਿੰਘ ਹੋਣਾ ਦੇ ਘਰ ਪਿੰਡ ਅਬਦਾਲ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ, ਸੁਘੜ, ਸਿਆਣੇ ਅਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ। ਮੁੱਢਲੀ ਸਿੱਖਿਆ ਆਪ ਜੀ ਨੇ ਪਿੰਡ ਅਬਦਾਲ ਤੋਂ ਹੀ, ਉਪਰੰਤ ਆਪ ਜੀ ਨੇ ਉੱਚ ਸਿੱਖਿਆ ਸਰਕਾਰੀ ਹਾਈ ਸਕੂਲ ਜੈਂਤੀਪੁਰ ਤੋਂ ਅਤੇ ਆਪਣੀ ਗ੍ਰੈਜੂਏਸ਼ਨ ਆਪ ਜੀ ਨੇ BUC ਕਾਲਜ ਬਟਾਲਾ ਤੋਂ ਹਾਸਿਲ ਕੀਤੀ। ਗ੍ਰੈਜੂਏਸ਼ਨ ਪੂਰੀ ਕਰਨ ਉਪਰੰਤ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ 'ਚ ਸੇਵਾਦਾਰ ਬਣ ਕੇ ਇਲਾਕੇ ਵਿੱਚ ਗੁਰਮਤ ਪ੍ਰਚਾਰ ਕੀਤਾ ਤੇ ਪ੍ਰਚਾਰ ਵਾਸਤੇ ਪਿੰਡ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲਾਇਬ੍ਰੇਰੀ ਸ਼ੁਰੂ ਕੀਤੀ। ਆਪ ਜੀ ਦਾ ਵਿਆਹ ਬੀਬੀ ਸੁਖਮੀਤ ਕੌਰ ਜੀ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ ਇੱਕ ਪੁੱਤਰ ਗਗਨਦੀਪ ਸਿੰਘ ਅਤੇ ਪੁੱਤਰੀ ਸੰਦੀਪ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਆਪ ਜੀ ਬਹੁਤ ਹੀ ਸੂਝਵਾਨ ਬਿਰਤੀ ਦੇ ਮਾਲਕ ਸਨ ਅਤੇ ਆਪ ਜੀ ਦੀ ਸੂਝਵਾਨਤਾ ਦੇਖਦੇ ਹੋਏ ਪਿੰਡ ਅਬਦਾਲ ਵਾਲਿਆਂ ਨੇ ਆਪ ਜੀ ਨੂੰ ਸਰਪੰਚ ਚੁਣਿਆ। ਆਪਣੇ ਸਰਪੰਚੀ ਦੇ ਕਾਰਜਕਾਲ ਦੌਰਾਨ ਆਪ ਜੀ ਨੇ ਪਿੰਡ ਅਬਦਾਲ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਅਦਾ ਕੀਤਾ, ਪਰ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਆਪ ਜੀ ਅੰਮ੍ਰਿਤਸਰ ਆ ਵਸੇ। ਆਪ ਜੀ ਦੇ ਸਮਾਜ ਸੇਵੀ ਉਦਮ ਸਦਕਾ ਚੀਫ ਖਾਲਸਾ ਦੀਵਾਨ ਵੱਲੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਬਦਾਲ ਸ਼ੁਰੂ ਕੀਤਾ ਗਿਆ। ਇਹਨਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਖਾਲਸਾ ਕਾਲਜ ਗਵਰਨਰ ਕੌਂਸਲ ਦੇ ਚੀਫ ਖਾਲਸਾ ਦੀਵਾਨ ਵੱਲੋਂ ਉਹਨਾਂ ਨੂੰ ਮੈਂਬਰ ਚੁਣਿਆ ਗਿਆ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਨਕਸ਼ੇ ਕਦਮਾਂ ਤੇ ਆਪ ਜੀ ਦਾ ਸਮੁੱਚਾ ਪਰਿਵਾਰ ਚੱਲ ਰਿਹਾ ਹੈ। ਆਪ ਜੀ ਦਾ ਸਮੁੱਚਾ ਪਰਿਵਾਰ ਬਹੁਤ ਹੀ ਮਿੱਠ ਬੋਲੜਾ ਪਰਿਵਾਰ ਹੈ ਅਤੇ ਪਰਮਾਤਮਾ ਦੇ ਪਾਣੀ ਵਿੱਚ ਰਹਿਣ ਵਾਲਾ ਪਰਿਵਾਰ ਹੈ। ਆਪ ਜੀ ਦੇ ਬੱਚੇ ਬਹੁਤ ਹੀ ਨੇਕ ਹਨ, ਸੰਸਕਾਰੀ ਹਨ ਅਤੇ ਸਮਾਜ ਵਿੱਚ ਸ਼ਲਾਘਾਯੋਗ ਸਥਾਨ ਰੱਖਦੇ ਹਨ। ਆਪ ਜੀ ਦੇ ਬੇਟੇ ਸਰਦਾਰ ਗਗਨਦੀਪ ਸਿੰਘ ਜੀ ਉੱਚ ਸਿੱਖਿਆ ਪ੍ਰਾਪਤ ਕਰਕੇ ਆਸਟ੍ਰੇਲੀਆ ਵਿਖੇ ਸੈੱਟ ਹਨ ਅਤੇ ਆਪਣੇ ਪਿਤਾ ਜੀ ਦੇ ਨਾਮ ਨੂੰ ਚਰਚਾ ਲਗਾ ਰਹੇ ਹਨ ਅਤੇ ਆਪ ਜੀ ਦੀ ਬੇਟੀ ਸੰਦੀਪ ਕੌਰ ਇੰਗਲੈਂਡ ਵਿਖੇ ਆਪਣੇ ਪਿਤਾ ਜੀ ਦੀ ਪੱਗ ਨੂੰ ਉੱਚਾ ਚੁੱਕ ਰਹੀ ਹੈ। ਸਰਦਾਰ ਸੁਖਦੇਵ ਸਿੰਘ ਅਬਦਾਲ ਜੀ ਗਰੀਬਾਂ ਅਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਲਈ ਤਿਆਰ ਰਿਹਾ ਕਰਦੇ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਜੋ ਕੋਈ ਵੀ ਇੱਕ ਵਾਰ ਆਪ ਜੀ ਨੂੰ ਮਿਲਦਾ ਆਪ ਜੀ ਦਾ ਹੀ ਹੋ ਕੇ ਰਹਿ ਜਾਂਦਾ ਸੀ। ਸਰਦਾਰ ਸੁਖਦੇਵ ਸਿੰਘ ਅਬਦਾਲ ਜੀ ਨੇ ਜਿੰਨੀ ਵੀ ਜ਼ਿੰਦਗੀ ਇਸ ਦੁਨੀਆ ਤੇ ਬਸਰ ਕੀਤੀ ਆਪਣੀਆਂ ਅਮਿਟ ਜਾਤਾਂ ਛੱਡ ਗਏ।
अंधी वंजा घूमणी रोवा जन्म लेंदा है ना उदों उहदा रोना ब्रह्म ज्ञानियां वाला रोना है, क्योंकि बच्चा जदों पहली बार रोंदा है वो रब दे विछोड़े विच रोंदा है। ये रब जी तेरे नाल प्यार बनिया सी, खाण दा रहण दा पाउण दा कोई फिक्र नहीं, हुण तेरे नालों लिव टुट गई है, पता नहीं जबारा तेरे नाल लिव जुड़े कि पता नहीं किन्नियां कि जूना दा भ्रमण करना पवे। भाई गुरदास जी का पावन वचन है, रोवै रतन गवाए कै माया मोह अंधेर गुबारा, ओ रोवे दुख अपना हस हस गावै सब परिवारा। परिवार हस रहा है ते जन्म लैण वाला रो रहा है, पर कमाल की गल है भाई गुरदास जी कहते कि उहदे हत्थ विच रतन, रतन की सी लिव, ते गुरु नानक पातशाह जी ने बड़ी बरीकी दे नाल साहब कहते संसार ते है की है, जे बंदा वधदा है तो उहदे रोने भी उन्हें नाल ही वधदे हैं। गुरु नानक पातशाह जी ने कहा कि पहला रोना रब दे विछोड़े विच ब्रह्म ज्ञानियां वाला रोना। फिर बच्चा दोबारा फिर रोया, बच्चा फिर क्यों रोया कि हुण पेट अंदर भुख लगी है, भुख की खातर रोया। माँ ने दुध दे दिता है, बच्चा आराम नाल सौ गया। हुण थोड़ी जी सोझी आई है, मेरी माँ मेरा बाप है, हुण बच्चे का पेट भी भर गया। हुण बच्चा क्यों रोया? हुण तां रोया कि माँ बाप अगे पिछे चले गए, उन्होंने विछोड़े विच रोन लग पिया। हुण माँ बाप भी कोल है ते पेट भी भरिया पिया। हुण क्यों रो रहा कि भैन भाई उन्हों का विछोड़ा अगे पिछे चले गए, खेडण वास्ते नाल नहीं खड़िया, हुण उन्हों का विछोड़े करके रोना शुरू कर दिता है। हुण भैन भाई भी कोल है, हुण क्यों रोया? जिदा का मन मर्जी का खाना चाहिए सी उदा का नहीं मिलिया तां करके रोया। हुण गुरु नानक पातशाह का पावन वचन है, पहले प्यार लगा थन दुध, दूजे माए बाप की सुध, तीजे भैया भाभी बेब, चौथे प्यार उपन्नी खेड़, पंजवें खाण पीण की धात। हुण बंदा क्यों रो रहा कि जिन्ना धन चाहिए सी उन्ना धन नहीं मिलिया तां करके रो रहा है। गल याद रखियो, एक रोने ते दूजा रोना खलोता है, एक रोने ते दूजा रोना खलोता है। आपां समाज में रहने जिहदे घर पुत नहीं माँ बाप तो वह भी रोंदे है, तो जिन्हां दे घर पैदा हो गए माँ बाप वो भी रोंदे हैं। जिन्हां दे पुत नहीं विआहे गए मावां वो भी रोंदी है, पर जिन्हां दे विआहे गए मावां वो भी रोंदी हैं। सब कहते कि सजना एक रोने ते दूजा रोना खलोता है। पंजवें खाण पीण की धात, छेवें काम न पुछै जात, सतवें संझ किया करवास, अठवें क्रोध हुआ तन नास। सतवीं अवस्था आई, बंदे ने बहुत ज़्यादा धन इकट्ठा किया। हुण धन तो इकट्ठा कर लिया, हुण पुत्र आखे नहीं लगते, उहदा करके भी कहंदा कमाइयां कीतियां पर व्यर्थ चलिया गई, क्योंकि साहिबां दा पावन वचन है, सतवें संझ किया करवास, अठवें क्रोध हुआ तन नास, नामै धौड़े उब्बे सा,
दसवें दद्दा होआ सवा। गई संगीत बोलनों हट गया तो साहब कहते रिश्तेदार भैन भाई आए, उन्हें आके 4 धाहां मार दित्तियां। गई संगीत पकारी धा, उड़िया हंस दसाए राह। कहते जीव आत्मा विचों निकल गई, आया गया मोया नाओ। जीव आया तो संसार तो चला गया तो सही सही उहदा नामो निशान ही मिट गया। विचार करियो, साडे दादे बाबे आपां किन्ना कुछ उन्होंने याद करते हैं, वो भी आए आके चले गए। साहिबां दा पावन बचन है, गई संगीत पकारी ता, उड़िया हंस दसाए राह। आया गया मोया नाओ। जीव आया तो संसार तो चला गया, सही सही उहदा नामो निशान ही मिट गया। पर ਜਿਹੜੇ ਬੰਦੇ समाज वास्ते, ਜਿਹੜੇ ਬੰਦੇ क्योंकि धर्म वास्ते ਜਾਂ ਕਿਸੇ ਖੇਤਰ ਵਿੱਚ ਵੀ ਕੁਝ ਘਾਲਣਾ ਘਾਲ ਕੇ ਜਾਂਦੇ, ਫਿਰ ਵੀ ਉਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ। ਅੱਜ ਆਪਾਂ ਸ਼ਹੀਦਾਂ ਦੇ, ਗੁਰੂਆਂ ਦੇ ਤੇ ਭਗਤਾਂ ਦੇ ਜਨਮ ਕਿਉਂ ਮਨਾਉਂਦੇ ਆ? ਕਿਉਂਕਿ ਉਹਨਾਂ ਨੇ ਕੁਝ ਘਾਲਣਾ ਘਾਲੀਆਂ, ਉਹ ਸਦਾ ਉਹਨਾਂ ਦਾ ਸਰੀਰ ਕਰਕੇ ਨਹੀਂ, ਨਾਮ ਕਰਕੇ ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਚਲੋ 10 ਮਿੰਟ ਸਮਾਂ ਸਾਡਾ ਬਾਕੀ ਹੈ, ਜਿਵੇਂ ਕਿਉਂਕਿ ਯਾਦ ਉਹਨਾਂ ਨੂੰ ਕੀਤਾ ਜਾਂਦਾ ਜਿਹੜੇ ਕੁਝ ਘਾਲਣਾ ਘਾਲ ਕੇ ਜਾਂਦੇ। ਹੁਣ ਥੋੜ੍ਹਾ ਜਿਹਾ ਭਾਈ ਸੁਖਦੇਵ ਸਿੰਘ ਜੀ ਅੱਜ ਆਪ ਉਹਨਾਂ ਦੀ ਕਿਉਂਕਿ ਯਾਦ ਵਿੱਚ ਜੁੜ ਬੈਠੇ ਆ, ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ। ਦਾਸ ਦਾ ਉਹਨਾਂ ਨਾਲ ਬੜਾ ਪਿਆਰ ਸੀ। ਕੁਝ ਮਨੁੱਖ ਹੈ ਜਿਹੜੇ ਵੱਡਿਆਂ ਵਡੇਰਿਆਂ ਦੀਆਂ ਬਣਾਈਆਂ ਸਾਂਝਾਂ ਵੀ ਖਤਮ ਕਰ ਦਿੰਦੇ ਆ। ਕੁਝ ਆ ਜਿੱਧਰ ਵੀ ਜਾਂਦੇ ਆ ਉਹਨਾਂ ਦੀਆਂ ਸਾਂਝਾਂ ਬਣਦੀਆਂ ਜਾਂਦੀਆਂ। ਬੰਦਾ ਜਿਹੜਾ ਕਿਉਂਕਿ ਜੀਵਨ ਵਾਲਾ ਹੋਵੇ ਨਾ, ਉਹ ਜਿੰਦੀ ਲੰਘ ਜਾਵੇ ਤੇ ਲੋਕ ਉਹਦੇ ਜੀਵਨ ਤੋਂ ਸਿੱਖਿਆ ਲੈ ਲੈਂਦੇ। ਭਾਈ ਸੁਖਦੇਵ ਸਿੰਘ ਨਾਲ ਸਾਡਾ ਪਹਿਲਾ ਮਿਲਾਪ ਹੋਇਆ ਤੇ ਜਦੋਂ ਭਾਈ ਸੁਖਦੇਵ ਸਿੰਘ ਜੀ ਉਦੋਂ ਨਗਰ ਅਬਦਾਲ ਦੇ ਵਿੱਚ ਮਾਤਾ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਕਰਾਉਂਦੇ ਸੀ। ਮਾਤਾ ਦੀ ਯਾਦ ਵਿੱਚ ਨਗਰ ਅਬਦਾਲ ਦੇ ਵਿੱਚ ਦਾਸ ਨੂੰ ਉੱਥੇ ਬੁਲਾਇਆ ਤੇ ਕਹਿਣ ਲੱਗੇ ਮਾਤਾ ਬਾਰੇ ਉਹਨਾਂ ਨੂੰ ਬੜਾ ਵਿਰਾਗ ਸੀ। ਬਿਰਲੇ ਬੰਦੇ ਜੇ ਜਿਹੜੇ ਜਿਉਂਦੇ ਵੀ ਮਾਂ ਬਾਪ ਨੂੰ ਬਿਰਧ ਘਰਾਂ ਵਿੱਚ ਛੱਡ ਆਉਂਦੇ ਜੇ, ਪਰ ਉਹ ਵੀ ਬੱਚੇ ਹੈ ਜਿਹੜੇ ਜਾਣ ਤੋਂ ਬਾਅਦ ਉਹਨਾਂ ਦੀਆਂ ਯਾਦਾਂ ਮਨਾਉਂਦੇ ਆ। ਭਾਈ ਸੁਖਦੇਵ ਸਿੰਘ ਕਹਿੰਦੇ ਮੇਰਾ ਬੜਾ ਪਿਆਰ ਸੀ ਆਪਣੀ ਮਾਤਾ ਦੇ ਨਾਲ, ਮੈਂ ਉਹਨਾਂ ਨੂੰ ਯਾਦ ਕਰਦਾ। ਉਹਨਾਂ ਦੀ ਸਾਲ ਬਾਅਦ ਉਹ ਯਾਦ ਮਨਾਉਂਦੇ ਸੀ ਆਪਣੀ ਮਾਤਾ ਦੀ। ਵਿਚਾਰ ਕਰਿਓ, ਅੱਜ ਬੱਚੇ ਜਿਉਂਦੇ ਮਾਂ ਬਾਪਾਂ ਨੂੰ ਪ੍ਰਵਾਨ ਨਹੀਂ ਜੇ ਕਰਦੇ, ਬਿਰਧ ਘਰ ਬਣ ਗਏ, ਉਹਨਾਂ ਵਾਸਤੇ ਟਾਈਮ ਨਹੀਂ। ਪਰ ਭਾਈ ਸੁਖਦੇਵ ਸਿੰਘ ਆਪਣੀ ਮਾਤਾ ਨੂੰ ਬਾਅਦ ਵਿੱਚ ਵੀ ਯਾਦ ਕਰਦੇ ਰਹੇ, ਉਹਨਾਂ ਦੀ ਯਾਦ ਮਨਾਉਂਦੇ ਰਹੇ। ਦਾਸ ਉਹਨਾਂ ਦੇ ਨਗਰ ਗਏ, ਪਹਿਲੀ ਵਾਰ ਮਿਲਾਪ ਹੋਇਆ। ਮੇਰੀ ਬਾਂਹ ਫੜ ਕੇ ਇੱਕ ਗੱਲ ਕਹੀ, ਕਹਿਣ ਲੱਗੇ ਦੇਖ ਭਾਈ ਤੂੰ ਸਾਡੇ ਘਰ ਆਇਆ ਸਾਡੀ ਮਾਤਾ ਦੀ ਕਿਉਂਕਿ ਯਾਦ ਵਿੱਚ ਜੁੜ ਬੈਠੇ ਸਾਂ, ਅਸੀਂ ਤੁਹਾਨੂੰ ਬੁਲਾਇਆ, ਪਰ ਇੱਕ ਪਰਨ ਕਰ ਕਿ ਜਿੰਨਾ ਚਿਰ ਤੱਕ ਤੂੰ ਜੀਂਦਾ ਤੇ ਜਿੰਨਾ ਚਿਰ ਤੱਕ ਮੈਂ ਜੀਂਦਾ ਉਹਨਾਂ ਚਿਰ ਤੱਕ 23 ਜਨਵਰੀ ਵਾਲੇ ਦਿਨ ਕਿਤੇ ਵੀ ਹੋਏ ਮੈਂ ਤੈਨੂੰ ਫੋਨ ਨਹੀਂ ਕਰਨਾ। ਕਹਿਣਗੇ 23 ਜਨਵਰੀ ਆਪਣੀ ਡਾਇਰੀ ਤੇ ਲਿਖ, ਪਰ ਡਾਇਰੀ ਉਹ 'ਤੇ ਲਿਖੀ ਆਪਣੇ ਮਨ ਦੀ ਡਾਇਰੀ ਤੇ। 23 ਜਨਵਰੀ ਵਾਲੇ ਦਿਨ ਮੀਂਹ ਪਵੇ, ਕੁਝ ਵੀ ਹੋਵੇ, ਕਿਉਂਕਿ ਮੈਂ ਮਾਤਾ ਦੀ ਯਾਦ ਵਿੱਚ ਉਦਣ ਭੋਗ ਪਾਉਣਾ, ਤੇਰੀ ਹਾਜ਼ਰੀ ਲਾਜ਼ਮੀ ਹੋਣੀ ਚਾਹੀਦੀ। ਚਲੋ ਭਾਈ ਸੁਖਦੇਵ ਸੁਣਾ, ਅਸੀਂ ਫੋਨ ਕਰ ਲੈਣਾ ਕਿ 23 ਦਾ, ਉਹਨੇ ਕਹਿਣਾ ਤੁਹਾਨੂੰ ਪਤਾ ਹੀ ਹੈ ਕਿ 23 ਤਰੀਕ ਵਾਲੇ ਦਿਨ ਹੀ ਭੋਗ ਪੈਣਾ। ਲਗਾਤਾਰ ਆਪਣੀ ਮਾਤਾ ਦੀ ਯਾਦ ਮਨਾਉਂਦੇ ਰਹੇ। ਸਹੀਏ ਸਹੀਏ ਪਿਆਰ ਵੱਧਦਾ ਗਿਆ, ਮੇਲ ਮਿਲਾਪ ਹੋਇਆ, ਦੇਖਿਆ। ਪਰ ਜਿਵੇਂ ਪਾਵਨ ਗੁਰਬਾਣੀ ਦਾ ਵਚਨ ਹੈ, ਬੰਦਾ ਉਹ ਪ੍ਰਵਾਨ ਹੈ ਜਿਹੜਾ ਅੰਦਰੋਂ ਵੀ ਉਹੀ ਹੋਵੇ ਤੇ ਬਾਹਰੋਂ ਵੀ ਉਹੀ ਹੋਵੇ। ਭਾਈ ਸੁਖਦੇਵ ਸਿੰਘ ਦੇ ਜੀਵਨ ਵਿੱਚ ਦਾਸ ਨੇ ਵੇਖਿਆ ਜੋ ਉਹਨਾਂ ਦੀ ਜ਼ਬਾਨ ਵਿੱਚ ਉਹਨਾਂ ਦੇ ਅੰਦਰ ਵੀ ਉਹੀ ਸੀ। ਆਪਾਂ ਗੁਰੂ ਅਮਰਦਾਸ ਪਾਤਸ਼ਾਹ ਦੀ ਪਾਵਨ ਬਾਣੀ ਪੜ੍ਹਦੇ ਹਾਂ ਨਾ, ਸਾਹਿਬ ਕਹਿੰਦੇ ਜੀਓ ਨਿਰਮਲ ਬਾਹਰੋਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕਹਿੰਦੇ ਜਿਹੜਾ ਬਾਹਰੋਂ ਵੀ ਨਿਰਮਲ ਹੈ ਅੰਦਰੋਂ ਵੀ ਨਿਰਮਲ ਹੈ, ਅਸਲੀ ਗੁਰੂ ਦੇ ਦਰ ਤੇ ਬੰਦਾ ਉਹ ਪ੍ਰਵਾਨ ਜੇ। ਜਿਹੜਾ ਜੀਓ ਤੇ ਨਿਰਮਲ ਬਾਹਰੋਂ ਨਿਰਮਲ ਉਹ ਪ੍ਰਵਾਨ ਹੈ। ਜਿਹੜੇ ਜੀਓ ਤੇ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤੇ ਨਿਰਮਲ ਜੀਓ ਤੇ ਮੈਲੇ, ਤਿੰਨੀ ਜਨਮ ਜੂਏ ਹਾਰਿਆ। ਜਿਹੜਾ ਬੰਦਾ ਬਾਹਰੋਂ ਕੁਝ ਹੋਰ ਹੈ ਅੰਦਰੋਂ ਕੁਝ ਹੋਰ ਹੈ। ਤੇ ਦਾਸ ਨੂੰ ਜਦੋਂ ਵੀ ਕੋਈ ਕੰਮ ਕਰ ਪੈਣਾ, ਸਲਾਹ ਲੈਣੀ ਕਿ ਕਹਿਣਾ ਸਰਦਾਰ ਜੀ ਸਲਾਹ
ਤੇ ਉਹਨਾਂ ਨੇ ਜਿੱਥੇ ਵੀ ਕੰਮ ਨਾਲ ਕਰਨ ਜਾਣਾ ਅਗਲੇ ਨੂੰ ਜਾ ਕੇ ਸਿੱਧਾ ਕਹਿ ਦੇਣਾ, ਜੇ ਕੰਮ ਕਰਨਾ ਹੈ ਤੇ ਤਾਂ ਵੀ ਦੱਸੀ, ਤੇ ਜੇ ਨਹੀਂ ਕਰਨਾ ਤੇ ਜਵਾਬ ਦੇ ਦੀ, ਕਿਉਂਕਿ ਦੁਬਾਰਾ ਅਸੀਂ ਗੇੜੇ ਨਹੀਂ ਮਾਰਨੇ। ਇਹੋ ਜਿਹੇ ਮਨੁੱਖ ਬਹੁਤ ਘੱਟ ਹੈ ਜਿਨ੍ਹਾਂ ਦੀ ਜ਼ਬਾਨ ਵਿੱਚ ਵੀ ਉਹੀ ਕੁਝ ਹੈ ਤੇ ਅੰਦਰੋਂ ਵੀ ਉਹੀ ਕੁਝ ਹੈ, ਕਿਉਂਕਿ ਗੁਰਬਾਣੀ ਵਿੱਚ ਉਹਨੂੰ ਬ੍ਰਹਮ ਗਿਆਨੀ ਕਿਹਾ ਜਿਹੜਾ ਬੰਦਾ ਜ਼ਬਾਨ ਦਾ ਬਲੀ ਹੈ। ਆਪਾਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਸਾਹਿਬ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਨ ਸਾਚਾ ਮੁਖ ਸਾਚਾ ਸੋਏ, ਜਿਹੜਾ ਮਨ ਦਾ ਵੀ ਸੱਚਾ ਹੋਵੇ ਤੇ ਜ਼ਬਾਨ ਦਾ ਵੀ ਸੱਚਾ ਹੋਵੇ, ਰੱਬ ਦੀ ਦੁਨੀਆ 'ਚ ਬੰਦਾ ਉਹ ਪ੍ਰਵਾਨ ਜੇ। ਪਰ ਇਹ ਦੋਵੇਂ ਗੱਲਾਂ ਦਾਸ ਨੇ ਕਾਫੀ ਉਹਨਾਂ ਦੇ ਨਾਲ ਤੇ ਕਾਫੀ ਸਮੇਂ ਤੋਂ, ਪਤਾ ਨਹੀਂ ਕਿੰਨੇ ਸਾਲ ਹੋ ਗਏ, ਭਾਈ ਸੁਖਦੇਵ ਸਿੰਘ ਦੇ ਨਾਲ ਪਿਆਰ ਬਣਿਆ ਸੀ। ਤੇ ਗੁਰਦੁਆਰਾ ਸਾਹਿਬ ਵਿੱਚ ਵੀ ਇੱਕ ਵਾਰ ਸਮਾਗਮ, ਇਸੇ ਗੁਰਦੁਆਰੇ ਸਾਹਿਬ ਸਮਾਗਮ ਹੋਇਆ, ਦਾਸ ਨੂੰ ਸੱਦਿਆ। ਉਹਨਾਂ ਦੱਸਿਆ ਕਿ ਜੇ ਧਰਮ ਦੇ ਕੰਮ ਵਿੱਚ ਵੀ ਕਿਤੇ ਲੋੜ ਪਈ ਤੇ ਭਾਈ ਸੁਖਦੇਵ ਸਿੰਘ ਨੇ ਆਪਣੇ ਆਪ ਨੂੰ ਸਭ ਤੋਂ ਅੱਗੇ ਕੀਤਾ ਹੈ। ਧਰਮ ਦੇ ਕੰਮ ਵਿੱਚ ਵੀ ਲੋੜ ਪਈ, ਰਾਜਨੀਤੀ ਵਿੱਚ ਵੀ ਆਪਣੀ ਥਾਂ ਰੱਖਦੇ ਸੀ, ਕਿਉਂਕਿ ਕੋਈ ਲਿਹਾਜ਼ ਨਹੀਂ, ਜਿਹੜੀ ਗੱਲ ਕਰਨੀ ਜੁਰਤ ਨਾ ਕਰਨੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਭਾਵੇਂ ਕਿਉਂਕਿ ਪਰਿਵਾਰ ਨੂੰ, ਇਹ ਇਕੱਲਾ ਪਰਿਵਾਰ ਨੂੰ ਘਾਟਾ ਨਹੀਂ ਜੇ ਪਿਆ, ਇਹ ਕਿਉਂਕਿ ਸਾਡੇ ਸਮਾਜ ਨੂੰ ਘਾਟਾ ਪੈ ਗਿਆ। ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਬੰਦਾ ਚਲਿਆ ਜਾਂਦਾ ਹੈ, ਬੰਦੇ ਦੀਆਂ ਚਲੋ ਕਿਉਂਕਿ ਜਾਣ ਤੋਂ ਬਾਅਦ ਜਿਹੜਾ ਸਾਰਾ ਕੁਝ ਹੀ ਪੂਰਤੀ ਹੋ ਜਾਂਦੀ। ਮੈਂ ਇਸ ਗੱਲ ਨਾਲ 1% ਵੀ ਸਹਿਮਤ ਨਹੀਂ। ਮਹਾਨ ਬੰਦੇ ਚਲੇ ਜਾਣ ਪਰ ਕਦੀ ਉਹਨਾਂ ਦੀਆਂ ਪੂਰਤੀਆਂ ਨਹੀਂ ਜੇ ਹੁੰਦੀਆਂ। ਮਹਾਰਾਜਾ ਰਣਜੀਤ ਸਿੰਘ ਚਲਾ ਗਿਆ, ਪੂਰਤੀ ਹੋਈ। ਜਥੇਦਾਰ ਬਾਬਾ ਬਘੇਲ ਸਿੰਘ ਜੀ ਚਲੇ ਗਏ, ਉਹਨਾਂ ਦੀ ਪੂਰਤੀ ਹੋਈ। ਜਿੰਨੇ ਵੀ ਰਾਜ ਭਾਗ ਕਰਨ ਵਾਲੇ, ਕਿਉਂਕਿ ਗੁਰੂ ਕੇ ਸਿੱਖ ਜਿਹੜੇ ਕਿਉਂਕਿ ਚਲੇ ਗਏ, ਕਿ ਦੁਬਾਰਾ ਉਹਨਾਂ ਦੀ ਪੂਰਤੀ ਉੱਦਾਂ ਦੀ ਹੋਈ ਨਹੀਂ। ਜਿਹੜੇ ਚਲੇ ਜਾਂਦੇ ਉਹਨਾਂ ਦੀ ਆਪਣੀ ਥਾਂ ਹੈ। ਤਾਂ ਹੀ ਭਾਵੇਂ ਸਾਹਿਬਾਂ ਨੇ ਸਾਡੇ ਸਰੀਰ ਵੱਖ-ਵੱਖ ਤਰੀਕੇ ਨਾਲ ਉਹਨਾਂ ਨੂੰ ਬਣਾਇਆ। ਭਾਂਡੇ ਸਾਰੇ ਇੱਕ ਹੈ, ਚੱਲਦੇ ਹਵਾ ਦੇ ਨਾਲ ਹੈ, ਪਰ ਮਨੁੱਖ ਸਾਰੇ ਇੱਕ ਨਹੀਂ। ਰੱਬ ਨੇ ਬੜਾ ਫਰਕ ਪਾਇਆ ਕਿ ਸਾਡਾ ਅੰਗੂਠਾ ਕਰੋੜਾਂ ਬੰਦਿਆਂ ਦੇ ਚੈੱਕ ਕਰਕੇ ਦੇਖੇ, ਇੱਕ ਬੰਦੇ ਦਾ ਅੰਗੂਠਾ ਦੂਜੇ ਬੰਦੇ ਨਾਲ ਮੇਲ ਨਹੀਂ ਖਾਂਦਾ। ਇਹ ਤੋ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ, ਆਵਤ ਜਾਵਤ ਹੁਕਮ ਅਪਾਰ। ਇਹ ਤੋ ਰਚਨ ਰਚਿਆ ਕਰਤਾਰ, ਆਵਤ ਜਾਵਤ ਪਾਰ, ਆਵਤ ਜਾਵਤ ਹੁਕਮ ਅਪਾਰ। ਇਹ ਤੋ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਆਵਤ ਜਾਵਤ ਹੁਕਮ ਅਪਾਰ, 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 ਆਵਤ ਜਾਵਤ ਹੁਕਮ ਅਪਾਰ। ਇਹ ਤੋ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ, ਆਵਤ ਜਾਵਤ ਹੁਕਮ ਅਪਾਰ। ਇਹ ਤੋ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ, ਆਵਤ ਜਾਵਤ ਹੁਕਮ ਅਪਾਰ। पवने में पवन समा
कर तार आवत जावत हुक्म अपार आवत जावत हुक्म अपार एह तो रचन रचया कर तार आवत जावत हुक्म अपार आवत जावत हुक्म अपार रचन रचिया कर तार आवत जावत हुक्म अपार आवत जावत हुक्म अपार एह तो रचन रचिया कर तार आवत जावत हुक्म अपार आवत जावत हुक्म अपार अगली किश खबर न पाई रोवण हार पे उठ सदाई अगली किश खबर न पाई रोवण हार पे उठ सदाई परम मोह के बांधे बांध सुपन पाया पखलाए अंध परम मोह के बांधे बांध सुपन पाया पखलाए अंध सुपन पाया पखलाए अंध सुपन पाया पखलाए अंध एह तो रचन रचया कर तार आवत जावत हुक्म अपार आवत जावत हुक्म अपार एह तो रचन रचया कर तार आवत जावत हुक्म अपार आवत जावत हुक्म अपार नह को मुआ न मरने जोग नह बिन से अविनाशी हो नह को मुआ न मरने जोग नह बिन से अविनाशी हो नह
बिन से अविनाशी हो, नह बिन से अविनाशी हो। एह तो रचन रचिया करतारिया, आवत जावत हुक्म आवत जावत हुक्म अपार। एह तो रचन रचिया करतारिया, आवत जावत हुक्म आवत जावत हुक्म अपार। रचन रचिया करतारिया, आवत जावत हुक्म अपार। आवत जावत हुक्म अपार। एह तो रचन रचिया आवत जावत हुक्म अपार। आवत जावत हुक्म अपार। आवत जावत हुक्म अपार। आवत जावत हुक्म अपार। आवत जावत हुक्म आवत जावत हुक्म अपार। आवत जावत हुक्म अपार। आवत जावत हुक्म अपार। एह तो रचन रचिया करतार। आवत जावत हुक्म अपार। आवत जावत हुक्म अपार। एह तो रचन रचिया करतार। आवत जावत हुक्म अपार। आवत जावत हुक्म अपार। आवत जावत हुक्म अपार। आवत जावत हुक्म अपार। दया करो नानक गुण गावे, मिठा लगे तेरा पाना पाना। मिठा लगे तेरा पाना। दया करो दया करो नानक गुण गावे, मिठा लगे तेरा पाना पाना। मिठा लगे तेरा पाना। निर्गुण मुगत आषाढ़ अज्ञानी। अजाने अज्ञानी। निर्गुण मुगत आषाढ़ अज्ञानी। निर्गुण अजाने अज्ञानी।
जब कश न सियो तब क्या करता, कवन करम कर आया। जब कश न सियो तब क्या करता, कवन करम कर आया। अपना खेल आप कर देखे, ठाकुर रचन रचाया। अपना खेल आप कर देखे, ठाकुर रचन रचाया। ठाकुर रचाया, ठाकुर रचन रचाया। ठाकुर रचन रचाया। दया करो, दया करो, नानक गुण गावे, मिठा लगे तेरा बाणा, बाणा मिठा लगे तेरा बाणा। मेरे राम राय, मेरे राम राय, मुझ ते कछु ना होई। मेरे राम राय, मेरे राम राय, मुझ ते कछु ना होई। आपे करता आप कराए, सर्व निरंतर सोई। आपे करता आप कराए, सर्व निरंतर सोई। सर्व निरंतर सोई, सर्व निरंतर सोई, सर्व निरंतर सोई। दया करो, दया करो, नानक गुण गावे, मिठा लगे तेरा बाणा, बाणा मिठा लगे तेरा बाणा। गणती गणी ना छूटे कत हूँ, काची देह आड़ी। गणती गणी
ਕਿਰਪਾ ਕਰੋ ਪ੍ਰਭ ਕਰਨੈ ਹਾਰੈ ਤੇਰੀ ਬਖਸ਼ ਨਿਰਾਲੀ ਕਿਰਪਾ ਕਰੋ ਪ੍ਰਭ ਕਰਨੈ ਹਾਰੈ ਤੇਰੀ ਬਖਸ਼ ਨਿਰਾਲੀ ਤੇਰੀ ਬਖਸ਼ ਨਿਰਾਲੀ ਤੇਰੀ ਬਖਸ਼ ਨਿਰਾਲੀ ਤੇਰੀ ਬਖਸ਼ ਨਿਰਾਲੀ ਦਇਆ ਕਰੋ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੈ ਤੇਰਾ ਪਾਣਾ ਪਾਣਾ ਮਿੱਠਾ ਲੱਗੈ ਤੇਰਾ ਪਾਣਾ ਜੀ ਜੰਤ ਸਭ ਤੇਰੇ ਕੀਤੇ ਕਟ ਕਟ ਤੂੰ ਹੀ ਧਿਆਈਐ ਜੀ ਜੰਤ ਸਭ ਤੇਰੇ ਕੀਤੇ ਕਟ ਕਟ ਤੂੰ ਹੀ ਧਿਆਈਐ ਕਟ ਕਟ ਤੂੰ ਹੀ ਧਿਆਈਐ ਤੇਰੀ ਗਤ ਮਿਤ ਤੂੰ ਹੈ ਜਾਣੈ ਕੁਦਰਤ ਕੀ ਮਨਾ ਪਾਈਐ ਤੇਰੀ ਗਤ ਮਿਤ ਤੂੰ ਹੈ ਜਾਣੈ ਕੁਦਰਤ ਕੀ ਮਨਾ ਪਾਈਐ ਕੁਦਰਤ ਕੀ ਮਨਾ ਪਾਈਐ ਕੁਦਰਤ ਕੀ ਮਨਾ ਪਾਈਐ ਕੁਦਰਤ ਕੀ ਮਨਾ ਪਾਈਐ ਦਇਆ ਕਰੋ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੈ ਤੇਰਾ ਪਾਣਾ ਪਾਣਾ ਮਿੱਠਾ ਲੱਗੈ ਤੇਰਾ ਪਾਣਾ ਦਇਆ ਕਰੋ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੈ ਤੇਰਾ ਪਾਣਾ ਪਾਣਾ ਮਿੱਠਾ ਲੱਗੈ ਤੇਰਾ ਪਾਣਾ ਨਿਰਗੁਣ ਮੁਕਤ ਅਜਾਣਿਆ ਗਿਆਨੀ ਗੁਣ ਮੁਕਤ ਅਜਾਣਿਆ ਗਿਆਨੀ ਨਿਰਗੁਣ ਮੁਕਤ ਅਜਾਣਿਆ ਗਿਆਨੀ ਨਿਰਗੁਣ ਮੁਕਤ ਅਜਾਣਿਆ ਗਿਆਨੀ ਕਰਮ
ਮਿੱਠਾ ਲੱਗੈ ਤੇਰਾ ਪਾਣਾ, ਪਾਣਾ ਮਿੱਠਾ ਲੱਗੈ ਤੇਰਾ ਪਾਣਾ। ਦਇਆ ਕਰੋ, ਦਇਆ ਕਰੋ, ਨਾਨਕ ਗੁਣ ਗਾਵੇ, ਮਿੱਠਾ ਲੱਗੈ ਤੇਰਾ ਪਾਣਾ, ਪਾਣਾ ਮਿੱਠਾ ਲੱਗੈ ਤੇਰਾ ਪਾਣਾ, ਪਾਣਾ ਮਿੱਠਾ ਲੱਗੈ ਤੇਰਾ ਪਾਣਾ। ਆਨੰਦ ਕੇ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਧੀ। ਮਨ ਵਚੀਆਂ ਬਾਤਾਂ ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਲੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰੇ, ਸਦਾ ਸਿੱਧ ਸਲਾਹ ਤੇਰੀ ਨਾਮ ਮਨ ਵਸਾਵੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਨ ਭੁੱਖਾ ਸਭ ਕਮਾਈਆਂ ਕਰ ਸ਼ਾਨ, ਸਦਾ ਕੁਰਬਾਨ ਕੀਤਾ ਗੁਰ ਮਿਟੋ ਜਿਸ ਦੀਆਂ ਇਹ ਵਡਿਆਈਆਂ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤਕਾਰ ਸੁਭਾਗੇ, ਕਾਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ। ਕਹੇ ਨਾਨਕ ਤਸ ਕੋ ਆਦਿਤ ਕਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਗੁਰ ਸਲੋਕ। ਪਾਵਨ ਗੁਰੂ ਪਾਣੀ ਪਿਤਾ ਮਾਤਾ ਦਿਵਸ ਰਾਤ ਦੋਇ ਦਾਈ ਦਾਇਆ, ਖੇਲ ਸਗਲ ਜਗਤ ਚੰਗਿਆਈਆਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਰ, ਨਾਨਕ ਦੇ ਮੁਖ ਉਜਲੇ ਏਤੀ ਛੁੱਟੀ ਨਾਦ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਰ, ਨਾਨਕ ਤੇ ਮੁਖ ਉਜਲੇ ਏਤੀ ਛੁੱਟੀ ਨਾਦ। ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ ਵਾਰ। ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰੂ ਤੇ ਅਮਰਦਾਸ, ਰਾਮਦਾਸ ਹੋਈ ਸਹਾਇ। ਅਰਜੁਨ ਹਰ ਗੋਬਿੰਦ ਨੂੰ ਸਿਮਰਉ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆਏ। ਘਰ ਨੌ ਨਿਦ ਆਵੈ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ
ਹੱਥ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਤਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨ ਨੀਵਾ ਮਤ ਉੱਤੀ ਮਤ ਪੱਤ ਦਾ ਰਾਖਾ ਆਪ ਵਾਹਿਗੁਰੂ। ਕਿ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟਨੇ ਆਸਰਿਆਂ ਦਾ ਆਸਰਾ ਕਰਨ ਕਾਰਨ ਪਤਤ ਪਾਵਨ ਕਿਰਪਾ ਨਿਧਾਨ। ਅਕਾਲ ਪੁਰਖ ਵਾਹਿਗੁਰੂ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸਮੂਹ ਸਾਧ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹ ਜੀਓ। ਆਪ ਜੀ ਦਾ ਪਾਵਨ ਪਵਿੱਤਰ ਮਾ ਵਾਕ ਹੈ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉ ਹੋਵਣਾ। ਜਹ ਜਹ ਰੱਖੇ ਆਪ ਤਹ ਜਾਏ ਖਲੋਵਣਾ। ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ। ਈਸ ਬਮ ਗਿਆਨ ਧਿਆਨ ਧਰਤ ਹੀ ਇਹ ਚਾਹੇ ਜੀਓ। ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਦਰ ਘਰ ਦੇ ਪ੍ਰੀਤਮਾਨ ਗੁਰਮੁਖ ਪਿਆਰੇ ਟਹਿਲੀਏ ਦਰੋਂ ਘਰੋਂ ਵਰਸਾਏ ਹੋਏ ਪਾਵਨ ਨਗਰੀ ਰਾਜ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਿਵਾਸ ਰੱਖਣ ਵਾਲੇ ਸਰਦਾਰ ਸੁਖਦੇਵ ਸਿੰਘ ਜੀ ਅਬਦਾਲ ਪਾਤਸ਼ਾਹ ਜੀ ਆਪ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾ ਰੂਪੀ ਪੂੰਜੀ ਨੂੰ ਭੋਗ ਕਰਕੇ ਕੁਝ ਦਿਨ ਪਹਿਲਾਂ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਮਾਤ ਲੋਕ ਤੋਂ ਪਰਲੋਕ ਗਮਨ ਕਰ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਰੂਹ ਦੇ ਭਲੇ ਹਿੱਤ ਆਪ ਜੀ ਦੇ ਹੁਕਮ ਅਨੁਸਾਰ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ। ਨਿਰਵਾਣ ਜੀ ਉਹਦੇ ਪਾਵਨ ਹੁਕਮ ਨੂੰ ਮੰਨਦਿਆਂ ਹੋਇਆਂ ਉਹਨਾਂ ਦੇ ਬੱਚਿਆਂ ਸਹਿਤ ਸਮੂਹ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਧੁਰਕੀ ਬਾਣੀ ਦੇ ਜਾਪ ਗ੍ਰਹਿ ਵਿਖੇ ਕੁਰਬਾਨ ਕਰਕੇ ਉਪਰੰਤ ਗੁਰੂ ਘਰ ਅੰਦਰ ਆਪ ਜੀ ਦੀ ਛਤਰ ਛਾਇਆ ਹੇਠ ਦੀਵਾਨ ਸਜਾਇਆ
ਸਜੇ ਦੀਵਾਨ ਵਿੱਚ ਪਾਵਨ ਗੁਰਬਾਣੀ ਦਾ ਸ਼ਬਦ ਕੀਰਤਨ ਹੋਇਆ ਹੈ। ਮਿਹਰ ਕਰਨੀ, ਦਇਆ ਕਰਨੀ, ਤਰਸ ਕਰਨਾ ਆਪ ਜੀ ਦਾ ਪਾਵਨ ਮਾ ਵਾਕ ਹੈ। ਲੇਖਾ ਕਥੇ ਨਾ ਛੁਟਿਆ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ, ਬਖਸ਼ ਲੈ ਨਾਨਕ ਪਾਰ ਉਤਾਰ। ਜੀਵ ਆਤਮਾ ਸਰਦਾਰ ਸੁਖਦੇਵ ਸਿੰਘ ਜੀ ਤੋਂ ਸੰਸਾਰ ਵਿੱਚ ਵਿਚਰਦਿਆਂ ਜਾਣੇ ਅਣਜਾਣੇ ਹੋਈਆਂ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਕਹੇ ਕਬੀਰ ਸੁਨੋਹਰੇ ਸੰਤ ਹੋ, ਖੇਤ ਹੀ ਕਰੋ ਨਵੇਰਾ। ਅਬ ਕੀ ਵਾਰ ਬਖਸ਼ ਬੰਦੇ ਕੋ, ਬਹੁਰ ਨਾ ਭਵਦਲ ਫੇਰਾ ਵਾਲੀ ਰਹਿਮਤ ਬਖਸ਼ਿਸ਼ ਕਰਨੀ। ਸਰਦਾਰ ਸੁਖਦੇਵ ਸਿੰਘ ਜੀ ਨੂੰ ਸਦੀਵ ਕਾਲੀ ਆਪਣੇ ਪਾਵਨ ਚਰਨਾਂ ਵਿੱਚੋਂ ਭੇਦਤਾ ਬਖਸ਼ਣੀ। ਪਿੱਛੇ ਪਰਿਵਾਰ, ਬੱਚਿਆਂ, ਕੁਟੁੰਬੀਆਂ, ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਆਉਣ ਵਾਲਾ ਸਮਾਂ ਪਰਿਵਾਰ ਵਾਸਤੇ ਸੁਖੰਡਣਾ ਕਰਨਾ। ਗੁਰਦੇਵ ਪਿਤਾ ਜੀ ਉਹਨਾਂ ਦੇ ਪਰਿਵਾਰਕ ਰੂਪੀ ਖਿੜੇ ਹੋਏ ਬਗੀਚੇ ਨੂੰ ਹਰਿਆ ਭਰਿਆ ਤੇ ਪ੍ਰਫੁੱਲਤ ਰੱਖਣਾ। ਬੱਚਿਆਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਤਾ ਸੁਭਾਗ ਬਖਸ਼ਿਸ਼ ਕਰਨਾ। ਦੇਸ਼ ਵਿਦੇਸ਼ ਵਿਖੇ ਸੀਸ ਤੇ ਮੇਰ ਭਰਿਆ ਹੱਥ ਰੱਖ ਕੇ ਆਪਣੀ ਪਾਵਨ ਸਿੱਖੀ ਗੁਰਮਤ ਦੇ ਨਾਲ ਜੋੜ ਕੇ ਰੱਖਣਾ। ਸੱਚੇ ਪਾਤਸ਼ਾਹ ਦੀ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਤੇ ਕਬੂਲ ਕਰਨੀ। ਸਾਰਿਆਂ ਦੇ ਪਰਿਵਾਰੀ ਸੁਖ ਸ਼ਾਂਤੀ ਖੁਸ਼ੀਆਂ ਬਖਸ਼ਿਸ਼ ਕਰਨੀਆਂ ਆਪ ਜੀ ਦੇ ਹਜ਼ੂਰਾ। ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ ਕਰਨੀ। ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦੀ ਦੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ। ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕਿਰਪਾ ਕਰੋ ਆਪਣਾ ਪਾਵਨ ਫਰਮਾਨ ਬਖਸ਼ੋ। ਸਮੂਹ ਪਰਿਵਾਰ ਆਈ ਸੰਗਤ ਨੂੰ ਕਰਤਾਰ ਕਰੋ ਸਹੀ ਪਿਆਰੇ ਮੇਲ। ਜਿਨ੍ਹਾਂ ਨੂੰ ਆਪ ਜੀ ਦਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਦਾ ਭਲਾ। ਨਾਨਕ ਤਿਸ ਬਲਿਹਾਰੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਭਲੀ ਭਾਂਤ ਜਾਣਦੇ ਹੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਅਬਦਾਲ ਜੋ ਵਾਹਿਗੁਰੂ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨਹੀਂ ਭੋਗਦੇ ਹੋਏ 29 ਤਰੀਕ ਨੂੰ ਅਕਾਲ ਚਲਾਣਾ ਕਰ ਗਏ ਸਨ। ਸੋ ਗੁਰੂ ਸਾਹਿਬ ਜੀ ਦੀ ਦਿੱਤੀ ਮਰਿਆਦਾ ਦੱਸੀ ਮਰਿਆਦਾ ਅਨੁਸਾਰ ਨਿਭਾਉਂਦਿਆਂ ਹੋਇਆਂ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਾਰੰਭ ਕਰਾਏ ਗਏ ਸਨ। ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਹਨ। ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਸੋ ਦਿੱਤੀ ਮਰਿਆਦਾ ਅਨੁਸਾਰ ਗੁਰੂ ਸਾਹਿਬ ਜੀ ਦੀ ਵਿਰਾਗਮਈ ਬਾਣੀ ਦਾ ਕੀਰਤਨ ਹੋਇਆ ਹੈ। ਆਪ ਸਭ ਸੰਗਤਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਹੈ। ਅੱਜ ਸਾਡੇ ਕੋਲ ਪਿੰਡ ਬਦਾਲ ਤੋਂ ਸਰਦਾਰ ਅਵਤਾਰ ਸਿੰਘ ਜੀ ਕਾਲੋਂ ਆੜਤੀਆ ਸਾਹਿਬ, ਸਾਬਕਾ ਸਰਪੰਚ ਸਰਦਾਰ ਬਖਸ਼ੀਸ਼ ਸਿੰਘ ਜੀ ਅਬਦਾਲ, ਮੌਜੂਦਾ ਸਰਪੰਚ ਸਰਦਾਰ ਰਾਮ ਸਿੰਘ ਜੀ ਅਬਦਾਲ, ਸਰਦਾਰ ਬਾਵਾ ਸਿੰਘ ਜੀ ਸੈਕਟਰੀ, ਸਰਦਾਰ ਹੀਰਾ ਸਿੰਘ ਫੌਜੀ ਪਿੰਡ ਅਬਦਾਲ, ਬੈਂਕ ਮੈਨੇਜਰ ਸਰਦਾਰ ਭਗਵਾਨ ਸਿੰਘ ਜੀ, ਸਾਬਕਾ ਸਰਪੰਚ ਸਰਦਾਰ ਕਸ਼ਮੀਰ ਸਿੰਘ ਜੀ ਅਬਦਾਲ, SGPC ਮੈਂਬਰ ਸਰਦਾਰ ਮਗਵਿੰਦਰ ਸਿੰਘ ਜੀ ਖਾਪੜ ਖੇੜੀ, ਬੀਬੀ ਕਿਰਨਜੋਤ ਕੌਰ ਜੀ, ਸਰਦਾਰ ਸੁਖਵਿੰਦਰ ਸਿੰਘ ਜੀ SHO ਫਤਿਹਗੜ੍ਹ ਚੂੜੀਆਂ, ਸਰਦਾਰ ਬਲਕਾਰ ਸਿੰਘ ਜੀ ਰਿਟਾਇਰਡ ਪੁਲਿਸ ਇੰਸਪੈਕਟਰ, ਸਰਦਾਰ ਸਤਨਾਮ ਸਿੰਘ ਜੀ ਸਿਆਲਕਾ, ਸਰਦਾਰ ਰਣਜੀਤ ਸਿੰਘ ਜੀ ਜਹਾਂਗੀਰ, ਇਹ ਸਭ ਸੰਗਤਾਂ ਜਿਹੜੀਆਂ ਨੇ ਪਿੰਡ ਬਦਾਲ ਤੋਂ ਪਹੁੰਚੀਆਂ ਨੇ। ਸੋ ਹੁਣ ਮੈਂ ਬੇਨਤੀ ਕਰਦਾ ਹਾਂ ਕਿ ਸਤਿਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਅਬਦਾਲ ਦੇ ਬਹੁਤ ਹੀ ਕਰੀਬੀ ਮਿੱਤਰ ਰਹੇ ਸਰਦਾਰ ਬਲਕਾਰ ਸਿੰਘ ਜੀ ਨੂੰ ਕਿ ਉਹ ਡਾਇਸ 'ਤੇ ਆਉਣ ਅਤੇ ਆ ਕਰਕੇ ਸ਼ਰਧਾ ਦੇ ਫੁੱਲ ਜਿਹੜੇ ਨੇ ਉਹ ਵਿਛੜੀ ਆਤਮਾ ਨੂੰ, ਜਿਹੜੀ ਵਿਛੜੀ ਰੂਹ ਨੂੰ ਉਹ ਭੇਟ ਕਰਨ। ਸੋਗਮਈ ਸਮਾਗਮ ਵਿੱਚ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰੇ ਲਈ ਤੇ ਬਹੁਤ ਹੀ ਇਹ ਸੋਗਮਈ ਦਿਨ ਹੈ। ਮੈਂ ਸਰਦਾਰ ਰਵਿੰਦਰ ਸਿੰਘ ਹੋਣਾ ਨੂੰ ਕਿਹਾ ਸੀ ਕਿ ਸ਼ਾਇਦ ਮੈਂ ਨਾ ਬੋਲ ਸਕਾਂ ਤੇ ਮੈਨੂੰ ਤੁਸੀਂ ਰਹਿਣ ਹੀ ਦਿਓ, ਪਰ ਕਿਤੇ ਤੁਹਾਡੀਆਂ ਸਾਰਾ ਜੀਵਨ ਇਕੱਠਾ ਲੰਘਿਆ, ਕੋਈ ਯਾਦਾਂ ਜਿਹੜੀਆਂ ਤੁਸੀਂ ਜ਼ਰੂਰ ਸਾਂਝੀਆਂ ਕਰੋ। ਸੋ ਸੱਚੇ ਪਾਤਸ਼ਾਹ ਕਿਰਪਾ ਕਰੇ ਤੇ ਮੈਂ ਮੇਰੀ ਟੁੱਟੀ ਫੁੱਟੀ ਲੈਂਗੁਏਜ ਜਿਹੜੀ ਆ ਪ੍ਰਵਾਨ ਕਰਿਓ। ਗੁਰੂ ਸਾਹਿਬ ਦਾ ਫਰਮਾਨ ਹੈ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਫਿਰਨਾ, ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਮਨ ਸਿਰ ਉੱਪਰ ਮਰਨਾ। ਕਿਆ ਤੂੰ ਸੋਇਆ ਜਾਗ ਇਆਣਾ, ਤੈਂ ਜੀਵਨ ਜਗ ਸੱਚ ਕਰ ਜਾਣਾ। ਠੀਕ ਹੈ, ਜਾਣਾ ਸਭ ਨੇ, ਰੋਜ਼ ਹੀ ਬੜੀ ਜਨਮ ਹੁੰਦੇ ਨੇ ਜੀਵਾਂ ਦੇ, ਰੋਜ਼ ਹੀ ਬੜੇ ਮਰਦੇ ਨੇ, ਪਰ ਕੋਈ ਖਾਸ ਜੀਵ ਸ਼ੇਰ ਹੈ, ਹਜ਼ਾਰਾਂ ਸਾਲ नरगिस अपनी बेनूरी पे रोती है, बड़ी मुश्किल से होता है जमन में दीदावर पैदा। कोई भागा वालियां मावां हुंदियां ने जिन्हां दे घर इहो ਜਿਹੇ दीदावर पैदा होंदे ने, जिहड़े समाज ਲਈ कुछ करते हैं। सारे इंटलैक्चुअल बैठे हो, असीं भी देखिया 60-65 साल की एज हो गई, 65-70 साल, पर संसार दिनों दिन सोहना बन रहा है, वधिया बन रहा है, वधिया सहूलतां आ रही ने, वधिया गुरमत ज्ञान की बड़ी गल अगे चल गई आ, बड़ा लोगों को ज्ञान है। तो कभी साढ़े वेखण विच गुरबाणी बारे, गुरबाणी का कीर्तन कोई नहीं सुनता, कीर्तन करना, कीर्तन सुनने को तैयार नहीं होंदा कोई। हुण बड़ी रीझ नाल लोग कीर्तन सुनते हैं। ये क्यों आ कि साडे संसार विच उस अकाल पुरख ने चंगे कीर्तनीय, चंगे विद्वान, चंगे डॉक्टर, चंगे इंजीनियर, चंगे दार्शनिक पैदा किए। वो पैदा करने नाल साडा संसार सोहना बनिया। तो सारे जी इदां दे नहीं आउंदे, उस जी इहो जिहे हुंदे आ जिहड़े संसार नूं कुछ दे जांदे आ, जिहड़े देख जांदे आ, उस संसार नूं सार विच याद कीते जांदे आ। मेरा तो बड़ा उन्हां नाल प्यार सी
शुरू तो लैके ही बचपन तो लिख के ही चलो मैं पढ़ के तो बाहर नौकरी कर लग पाया। साड़ियाँ हैल्थ सर्विस सीगा एमरजेंसी ड्यूटी होंदियां फिर जिथे हैडकुआटर रहना ना घर पिंड आना ही ना बहुत घट आना। मेरी तैनाती उत्थे सिविल हॉस्पिटल बटाला विखे हो गई। ये उदों ग्रैजुएशन कर रहे सन PGC कॉलेज बटाले विच। उत्थे मेरा फिर मेल शुरू हो गया। तो उत्थे जो मेरे को आना मैनू मिलना ना देवनेत नाल साडे कोल एक डॉक्टर सुखदेव सिंह ढिल्लों अजकल खालसा कॉलेज ऑफ वैटनरी साइंस के प्रोफैसर ने वो वैटनरी सर्जन वो लगे आ गए साढ़े लागे। साड़ा उन्होंने मेल होया साड़ी दोस्ती पै गई उन्होंने। उदों स्टडी सर्कल नवा चलिया से अजे थोड़ा चिर होया जिस दिन चलिया तो गुरु अपने पंजाब एग्रीकल्चर यूनीवर्सिटी तो उन्होंने सानू कहा भी तुम गुरमुख हो बड़े मुंडे हो चंगे मुंडे हो चंगे गुरसिख हो तो तुम साढ़े नाल रलो तो आके सेवा करिए। तो उन्होंने सानू ये स्टडी सर्कल लिया के फिर असीं रल के सारे अपना ग्रुप बनाया। ग्रुप बना के प्रोग्राम शुरू किए। कई हफ्तावारी प्रोग्राम शुरू किए। पिंड में एक लाइब्रेरी बनाई स्टडी सर्कल पढ़ने वास्ते बच्चों के। तो बड़े इहो जिहे काम असीं करने शुरू कर दिते। सतगुरां दी बख्शिश कीती हुई सवासां दी पूंजी नूं मेरे सत्कारयोग सरदार सुखदेव सिंह जी अबदाल इस समात लोक दे विच खर्च करते हुए सतगुरां दे चरनां दे विच जा बराजे हन। मैं सतगुरां दे चरनां दे विच अरदास करदा कि सतगुर जीओ सरदार सुखदेव सिंह जी अबदाल नूं अपने चरनां दे विच निवास बख्शना ते समूह परिवार नूं भाणा मनण दा बल अते उदम बख्शिश करना। जिथे मैं ये बेनती करदा उत्थे नाल ही नाल सरदार सुखदेव सिंह जी अबदाल दी शख्सियत के बारे दो वचन आप जी दे नाल सांझे करन दा यतन करदा कि सरदार सुखदेव सिंह जी मेरे पिंड अबदाल दे एक चंगे वधिया परिवार दे विच पैदा होए जिन्हां ने अपने जीवन काल दे विच अबदाल नूं तरक्की दे विच लियाउण वास्ते अपना अहम योगदान पाया। जदों वो सरपंच सन उदों उन्होंने अबदाल दियां जो छोटियां अबदाल पिंड दियां मुश्किलां सन उन्हां मुश्किलां नूं हल करन वास्ते बड़ा यतन किया। और उस तो उपरंत भी समय समय दे नाल जिथे जिथे भी मेरे पिंड दे लोकां नूं किसी मुश्किल का सामना करना पिया किसी पंचायत नूं कोई दिक्कत आई उत्थे ही सरदार सुखदेव सिंह जी अबदाल जो पिंड अबदाल तो धन धन गुरु रामदास महाराज की नगरी दे विच आ वसे सन। इस तो जाके उन्हां अबदाल दियां उन्हां मुश्किलों का हल करवाया। वो एक बहुत होनहार व्यक्ति सन। एक चंगे परिवार दे विच पैदा होए सन जिन्हां दा बहुत बड़ा परिवार है अते सारा ही परिवार सत्कारयोग है। जिस परिवार दे विच महान शख्सियतां पैदा हुईयां जिन्हां दे वड्डे सरदार दवान सिंह जी सरपंच वो भी सरपंच रहे। उन्होंने भी अपने जीवन काल दे विच इस नगर दे विच बहुत बड़ा योगदान पाया। सो मेरे कहने का भाव आ कि अबदाल परिवार एक बड़ा नेक मेहनती ते ईमानदार परिवार से जिन्हों ने इस धन धन गुरु रामदास महाराज की नगरी दे विच आके भी अपनी सेवा दे विच योगदान पाया। मैं सतगुरां दे चरनां च अरदास करांगी सतगुर जीओ इस परिवार नूं चढ़दी कला बख्शिश करियो ते सरदार सुखदेव सिंह जी नूं अपने चरनां दे विच निवास बख्शियो। अगले सज्जन साध सुखदेव सिंह जी अबदाल की अंतिम अरदास दे विच सारे ही रिश्तेदार सज्जन मित्र जुड़ बैठे हैं। जदों इंसान चले जाता है तो उहदियां खूबियां का ही गुण गायन किया जाता है। लेकिन मैं समझता है कि साध सुखदेव सिंह अबदाल जिथे इत्थे जिक्र भी होया और मैनूं खुद नूं पता है कि वह बहुत खूबियां के मालक सी। मेरे संपर्क में 1996 के आए और अज तक 25 साल हो गए। कभी भी मेरे मन च कोई ऐसी गल नहीं जदों
ਸੁਖਦੇਵ ਸਿੰਘ ਜੀ ਆਪਣੇ ਨਾਲ ਨਿਭੇ ਹੋਣ। ਉਹ ਇੱਕ ਬਹੁਤ ਦ੍ਰਿੜ ਇਰਾਦੇ ਵਾਲੇ ਆਦਮੀ ਸੀ, ਜਿਹਦੇ ਨਾਲ ਤੁਰਦੇ ਸੀ ਉਹਦੇ ਨਾਲ ਮਨੋਂ ਤੁਰਦੇ ਸੀ ਔਰ ਨਾਲ ਨਿਭਦੇ ਸੀ। ਇਹ ਕੁਝ ਐਸੇ ਗੁਣ ਨੇ ਇਸ ਸਮਾਜ ਦੇ ਵਿੱਚ ਕਿ ਲੋਕ ਬੜੀ ਜਲਦੀ ਆਪਣਾ ਇੱਧਰ ਦਾ ਉੱਧਰ, ਉੱਧਰ ਦਾ ਇੱਧਰ ਆਪਣੇ ਪਾਲੇ ਬਦਲਦੇ ਰਹਿੰਦੇ ਆ। ਲੇਕਿਨ ਮੈਂ ਸਮਝਦਾ ਕਿ ਪਿੰਡ ਵਾਲਿਆਂ ਨੂੰ ਵੀ ਪਤਾ ਹੈ ਕਿ ਉਹਨੇ ਆਪਣੇ ਛੱਟੇ ਪੂਰੇ ਦੂਰ ਦੂਰ ਤੱਕ ਖਿਲਾਰੇ ਸੀ। ਜਿਹੜੇ ਦੋਸਤ ਉਹਦੇ ਨਾਲ ਨਿਭੇ ਸਾਰੀ ਉਮਰ, ਉਹਦੇ ਨਾਲ ਸੁਖਦੇਵ ਸਿੰਘ ਅਬਦਾਲ ਵੀ ਨਿਭੇ ਹੈ। ਮੈਨੂੰ ਔਰ ਮੇਰੇ ਸਾਥੀਆਂ ਨੂੰ ਉਹਨਾਂ ਦੇ ਜਾਣ ਦਾ ਬਹੁਤ ਦੁੱਖ ਹੈ। ਸਾਨੂੰ ਐਡਾ ਵੱਡਾ ਘਾਟਾ ਇਸ ਮਹਾਂਮਾਰੀ ਨੇ ਪਾਇਆ ਕਿ ਖਾਲਸਾ ਕਾਲਜ ਗਵਰਨਿੰਗ ਕੌਂਸਲ 100 ਮੈਂਬਰ ਦੀ 101 ਮੈਂਬਰ ਦੀ ਸੰਸਥਾ ਹੈ। ਉਹਦੇ ਵਿੱਚ 4 ਬਹੁਤ ਵਧੀਆ ਇਨਸਾਨ ਇਸ ਮਹਾਂਮਾਰੀ ਦੀ ਭੇਟ ਚੜ੍ਹ ਗਏ। ਸਭ ਤੋਂ ਪਹਿਲਾਂ ਸਾਸੁੰਦਰ ਸਿੰਘ ਰੁਮਾਲਿਆਂ ਵਾਲੇ, ਜਿਹੜੇ ਸਵੇਰੇ ਸਵਈਏ ਪੜ੍ਹਦੇ ਸੀ, ਉਹ ਵੀ ਪਤਾ ਨਹੀਂ ਕਿਉਂ ਅਚਾਨਕ ਚਲੇ ਗਏ ਇਸੇ ਬਿਮਾਰੀ ਕਰਕੇ। ਫਿਰ ਹਰਮਿੰਦਰ ਸਿੰਘ ਜੀ ਫਰੀडम फाइटर वाले, वो भी चले गए। 2 दिन पहले उन्होंने मिलने आए थे दफ्तर, और वो पता ही नहीं सी लगता कि उन्होंने चले जाना। लेकिन इस महामारी ने उन्होंने भी नहीं बख्शा। और एक बहुत वधिया साढ़े वड्डे सीगे, साढ़े तो उम्र के विच मैंबर सन, और खालसा कॉलेज में एक वक्त 3 गेमां के कप्तान रहे। सर गुरचरण सिंह जी बोपा राय अजकल मोहाली रहिंदे सी, वो भी इस महामारी करके चल पिया। लगन बहुत वधिया सेहत सी। और चौथे सर सुखदेव सिंह जी अबदाल इस महामारी करके चल गए। ये जरूर है कि हर इंसान ने अपनी ज़िंदगी अपनी उम्र भोग के जाना है, और परमात्मा की एक कोई विधि है कि जो वह समा पूरा हो गया तो परमात्मा ने किसी न किसी बहाने के नाल उस शख्स को लै जाना है। बोले सो निहाल सत श्री अकाल। धार्मिक विद्यक संस्थावां तो आईयां शख्सियतां, उन्होंने रिश्तेदार सज्जन स्नेही ते आई संगतां फतेह सांझ पाइए। वाहिगुरू जी का खालसा वाहिगुरू जी की फतेह। एक अपनी पंजाबी की कहावत है, मर्द की माया बिरछ की छाया ਉਹਦੇ ਨਾਲ ही चले जाते। अज आप इत्थे बैठे हैं, ਵੱਖ-ਵੱਖ राजनीतिक पार्टियां के नुमाइंदे बैठे हैं। सर इंदरजीत सिंह जी बासर के बैठे ने, शीना साहब बोल के गए ने, सर स्वरजीत सिंह जी बैठे ने करालियाँ, और ਵੱਖ-ਵੱਖ नुमाइंदे बैठे ने। इस तरह हैल्थ तो सर सतनाम सिंह सियालका बैठे ने, विधिक संस्थावां के मुखी बोल के गए ने। सर सुखदेव सिंह जी की शख्सियत बारे उन्होंने जिन्ना जिन्ना विचरे ने ਉਹਦੇ बारे उन्होंने चानना पाया। जिहड़ा इस कहावत का अर्थ है ना, मर्द की माया, ਉਹਦੇ तो उस विचरण वाले दे कनैक्शन, ਉਹਦੇ संबंध, ਉਹਦੇ क्योंकि हो सकता कोई गल मेरे वास्ते संभव ना हो सके, मेरी उत्थे वाकफियत ना हो, मेरा उत्थे कोई जोर ना पैदा सर सुखदेव सोहना वो बड़ी सहज गल हो सकता कोई गल शीना साहब वास्ते संभव ना हो। इस तरह कोई एक दूसरे जो आप कनैक्शन के आने जिंदगी के राजनीतिक होरे में बड़े होंगे, पार्टियां वखरियां होंदियां, पर साझा जिहड़ियां ने ना वो दिली होंदियां, ते दिली साझा के नाल निभण वाले सज्जन जिहड़े ने वो फिर ये नहीं वेखते कि किहड़ा कित्थे खलोता, वो जिथे उन्होंने काम पवे उहदे लई वो डट के खलोंदे ने। अजिही शख्सियत सी साडे सत्कारयोग साहब सुखदेव सिंह जी अबदाल परिवार नाल, क्योंकि नाल दा पिंड आ, साडे बजुर्गों का इन्हां दे बजुर्गों नाल सांझ रही, साडी इन्हां नाल सांझ रही। पर जदों शहर आए ने तो मैं शहर का कोई अजिहा शख्सियत नहीं वेखी जिहदे नाल सुखदेव सिंह अबदाल होणां दे संबंध ना हो। उन्हां दा साडे कोलों इस तरह चले जाना बड़ा वड्डी घाट वाली गल है, क्योंकि शीना साहब भी दस के गए भी इस क्यों पहली जिहड़ी लहर आई उहदे विच आपां इहनूं बड़ा अणगौलिया जिहा कीता, पर हुण ये जदों दूसरी लहर आई है इहदी तो उदों मेरा ख्याल कोई घर नहीं होगा, कोई रिश्तेदारी नहीं होगी जिहदे च इहदा फेरा नहीं पिया। तो सर सुखदेव सोहनी जदों बीमार होए
ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਜਾ ਕੇ ਦਾਖਲ ਹੋਏ। ਲਗਾਤਾਰ ਸੰਬੰਧ ਵੀ ਰਿਹਾ। ਜਦੋਂ ਉਹਨਾਂ ਦਾ ਆਪਰੇਸ਼ਨ ਹੋ ਗਿਆ ਫਿਰ ਬੇਟੇ ਨੂੰ ਲਿਖ ਕੇ ਦੇ ਦਿੰਦੇ ਰਹੇ ਕਿ ਉਹਨਾਂ ਨਾਲ ਆਹ ਗੱਲ ਕਰ। ਅਜਿਹਾ ਸੱਜਣ ਸਾਡੇ ਕੋਲੋਂ ਚਲੇ ਗਿਆ, ਜਾਣ ਦੀ ਕੋਈ ਐਡੀ ਛੇਤੀ ਤਵੱਕੋ ਨਹੀਂ ਕੀਤੀ ਜਾਂਦੀ ਵੀ ਇਹ ਜਾ ਸਕਦੇ ਆ। ਉਹਨਾਂ ਲਈ ਜਿੱਥੇ ਸਾਰੇ ਆਏ ਆ, ਬੜਾ ਦੁੱਖ ਦਾ ਸਾਰਿਆਂ ਨੂੰ ਅਹਿਸਾਸ ਹੈ। ਉੱਥੇ ਨਾਲ ਦੀ ਨਾਲ ਪਰਿਵਾਰ ਨਾਲ ਵੀ ਵੱਡੀ ਹਮਦਰਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾਰਿਆਂ ਨੇ ਉਹਨਾਂ ਦਾ ਜੀਵਨ ਬਾਰੇ ਬਹੁਤ ਜੋ ਵੀ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜਿਹੜੇ ਚੰਗੇ ਕੰਮ ਕੀਤੇ ਸੀ ਉਹਨਾਂ ਬਾਰੇ ਜਾਣਕਾਰੀ ਦਿੱਤੀ ਆ। ਅਸੀਂ ਇੱਕ ਲੰਮੇ ਦੇਸ਼ ਦੁਨੀਆ ਦੇ ਉੱਤੇ ਆ ਕੇ ਚਲੇ ਜਾਣਾ ਅਵੱਸ਼ ਚਾਹੀਦਾ। ਆਪਾਂ ਜਦੋਂ ਕੋਈ ਮਰ ਜਾਂਦਾ ਨਾ ਤੇ ਕਹਿ ਦਿੰਦੇ ਉਹ ਫਲਾਣਾ ਸਵਰਗ ਸੁਧਾਰ ਗਿਆ, ਉਹ ਸਵਰਗਵਾਸੀ ਆ, ਸਵਰਗਵਾਸੀ ਕਹਿ ਦਿੰਦੇ ਹਰ ਇੱਕ ਨੂੰ। ਪਰ ਭਰਾਓ ਸਵਰਗਵਾਸੀ ਹਰ ਇੱਕ ਤੇ ਨਹੀਂ ਟਾਉਂਦੇ। ਸਾਡਾ ਤਕੀਆ ਕਲਾਮ ਆ, ਇਹ ਸ਼ਖਸੀਅਤਾਂ ਜਿਹੜੀਆਂ ਲੋਕਾਂ ਦੇ ਕੰਮ ਵਿੱਚ ਆਉਂਦੀਆਂ, ਲੋਕਾਂ ਵਾਸਤੇ ਜਿਉਂਦੀਆਂ ਨੇ, ਲੋਕਾਂ ਦੇ ਭਲੇ ਦੇ ਕੰਮ ਕਰਦੀਆਂ ਨੇ, ਵੰਡ ਕੇ ਛਕਦੀਆਂ ਤੇ ਬਾਣੀ ਪੜ੍ਹਦੀਆਂ, ਨਾਮ ਜਪਦੀਆਂ ਨੇ, ਉਹ ਸ਼ਖਸੀਅਤਾਂ ਜਿਹੜੀਆਂ ਉਹ ਆਪਾਂ ਉਹਨਾਂ ਨੂੰ ਇਹ ਮਾਣ ਜਿਹੜਾ ਵਾ ਉਹਨਾਂ ਨੂੰ ਦੇ ਸਕਦੇ ਹਾਂ। ਇਸ ਮਾਣ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਜੀ ਨੇ ਆਪਣਾ ਜੀਵਨ ਇੱਕ ਆਮ ਘਰ ਦੇ ਵਿੱਚ ਉੱਠ ਕੇ ਆਪਣਾ ਨਾਂ ਬਣਾਇਆ, ਨਗਰ ਦਾ ਨਾਂ ਬਣਾਇਆ, ਇਹ ਸੱਜਣਾ ਮਿੱਤਰਾਂ ਵਿੱਚ ਨਾਂ ਬਣਾਇਆ ਨੇ। ਆਪਣਾ ਚੰਗੀ ਕਿਰਤ ਕੀਤੀ ਆ, ਵੰਡ ਕੇ ਖਾਧਾ, ਬਾਣੀ ਨਾਲ ਬਹੁਤ ਅਥਾਹ ਪਿਆਰ ਕੀਤਾ ਉਹਨਾਂ ਨੇ। ਉਹਦੀ ਮੌਤ ਦੇ ਉੱਤੋਂ ਜਦੋਂ ਮੈਂ ਫੇਸਬੁੱਕ ਤੇ ਵੇਖਿਆ ਤੇ ਬੜਾ ਮਨ ਨੂੰ ਦੁੱਖ ਹੋਇਆ ਵੀ ਇਹੋ ਜਿਹੇ ਰੰਗਲੇ ਸੱਜਣ ਇਸ ਨਾਮਰਾਦ ਬਿਮਾਰੀ ਦੇ ਭੇਟਾ ਚੜ੍ਹ ਗਏ। ਕਿੰਨੇ ਸੱਜਣ ਜਿਹੜੇ ਇਸ ਬਿਮਾਰੀ ਨੇ ਭੇਟਾ ਚੜ੍ਹੇ ਨੇ। ਵੱਡਾ ਹੌਸਲਾ ਕਰਕੇ ਇਹ ਰੱਖਣ ਵਾਲੀ ਗੱਲ ਆ ਕਿ ਜਿਸ ਤਰ੍ਹਾਂ ਦੇ ਇਸ ਬਿਮਾਰੀ ਨੇ ਨਾਮਰਾਦ ਵੀਰਾਂ ਨੂੰ ਆਪਣੀ ਭੇਟ ਚਾੜਿਆ। ਸੋ ਸਮਾਂ ਬਹੁਤ ਵੱਡਾ ਹੋ ਗਿਆ ਤਾਂ ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ। ਮੈਂ ਇੱਥੇ ਹੀ ਅਕਾਲ ਪੁਰਖ ਅੱਗੇ ਬੇਨਤੀ ਕਰਦਾ, ਸੱਚੇ ਪਾਤਸ਼ਾਹ ਇਹੋ ਜਿਹੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਇਹ ਮੇਰੇ ਸੱਜਣ, ਇਹਨਾਂ ਦੇ ਪਰਿਵਾਰ ਨੂੰ, ਸੱਜਣਾ ਮਿੱਤਰਾਂ ਨੂੰ, ਯਾਰਾਂ ਦੋਸਤਾਂ ਨੂੰ ਹੌਸਲਾ ਬਖਸ਼ੀ, ਚੜ੍ਹਦੀਆਂ ਕਲਾ ਦੇ ਵਿੱਚ ਰਹਿਣ ਦੀ ਬਲ ਬਖਸ਼ੀ ਸੱਚੇ ਪਾਤਸ਼ਾਹ। ਮੈਂ ਦੁਬਾਰਾ ਫਿਰ ਇਹੋ ਬੇਨਤੀ ਕਰਦਾ, ਸੱਚੇ ਪਾਤਸ਼ਾਹ ਇਸ ਆਤਮਾ ਨੂੰ ਆਪਣੇ ਚਰਨਾਂ ਨਿਵਾਸ ਬਖਸ਼ੀ। ਗੁਰਦੁਆਰਾ ਸਾਹਿਬ ਵੱਲੋਂ ਜੋ ਹੈ ਸਿਰੋਪਾਉ ਦੀ ਬਖਸ਼ਿਸ਼ ਸਰਦਾਰ ਗਗਨਦੀਪ ਸਿੰਘ ਜੀ ਅਤੇ ਬੇਟੀ ਸੰਦੀਪ ਕੌਰ ਤੇ ਭਾਜੀ ਨੂੰ ਬੇਨਤੀ ਹੈ ਕਿ ਤਿੰਨੇ ਆ ਜਾਣ, ਆਣ ਕੇ ਸਿਰੋਪਾਉ ਦੀ ਜਿਹੜੀ ਬਖਸ਼ਿਸ਼ ਉਹ ਪ੍ਰਾਪਤ ਕਰਨ। ਸਰਦਾਰ ਦੀ ਬਖਸ਼ਿਸ਼ ਪ੍ਰਾਪਤ ਕਰਨ ਪ੍ਰੋਫੈਸਰ ਬਾਬਾ ਨਿਰਮਲ ਸਾਂ ਸਰਦਾਰ ਸੁਖਜੀਤ ਸਿੰਘ ਜੀ ਨੂੰ ਕਿ ਆ ਕਰਕੇ ਜੋ ਦਸਤਾਰ ਹੈ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।